ਕੇ ਫੁੱਲ ਬੂਟੇ ਲਾ ਕੇ ਉਹਨਾਂ ਨੂੰ ਬਹੁਤ ਵਧੀਆ ਦਿੱਖ ਦਿੱਤੀ ਗਈ ਹੈ। ਔਰ ਸਾਡੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਅਸੀਂ ਜਿਹੜੇ ਸ਼੍ਰੀ ਰਾਹੁਲ ਗਾਂਧੀ ਜੀ ਕੈਪਟਨ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਨੂੰ ਜਿਹੜੀ PGI ਹੈ ਅਸੀਂ ਉਹ ਮੱਲਵਾਲ ਦੇ ਵਿੱਚ ਲੈ ਕੇ ਆਏ ਹਾਂ। PGI ਸੈਂਟਰ ਜਿਹੜਾ ਹੈਗਾ ਉਹ ਸਾਡੇ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਅਸੀਂ ਲੈ ਕੇ ਆਏ ਹਾਂ। ITI ਜਿਹੜੀ ਹੈਗੀ ਆ ਉਹ ਅਸੀਂ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਲੈ ਕੇ ਆਏ ਹਾਂ। ਔਰ ਹੋਰ ਵੀ ਬਹੁਤ ਜ਼ਿਆਦਾ ਜਿਹੜਾ ਵਿਕਾਸ ਕਾਰਜ ਹੈ ਸਾਡੇ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਹੋਇਆ। ਔਰ ਇੰਟਰਲੋਕਿੰਗ ਟਾਈਲਾਂ ਜਿਹੜੀਆਂ ਹੈਗੀਆਂ, ਸੜਕਾਂ ਦਾ ਜਾਲ ਸੀਗਾ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਹਨਾਂ ਨੇ ਤਾਂ ਮੇਬੀ ਸੜਕਾਂ ਤੋੜੀਆਂ ਹੀ ਸੀਗੀਆਂ। ਔਰ ਅਸੀਂ ਉਸ ਜਿਹੜਾ ਬਹੁਤ ਸਮੇਂ ਤੋਂ ਜਿਹੜੀਆਂ ਟੁੱਟੀਆਂ ਹੋਈਆਂ ਸੜਕਾਂ ਸੀਗੀਆਂ ਉਹਨਾਂ ਨੂੰ ਅਸੀਂ ਬਣਾ ਕੇ ਵਧੀਆ ਦਿੱਖ ਅਸੀਂ ਉਸ ਚੀਜ਼ ਨੂੰ ਦਿੱਤੀ ਹੈ। ਤੁਹਾਡੇ ਪਿੰਡ ਵਿੱਚ ਲੋਕ ਰਹਿਣਾ ਪਸੰਦ ਕਰਦੇ ਨੇ ਕਿਉਂਕਿ ਜੇ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਜ਼ਿਆਦਾਤਰ ਜਿਹੜੇ ਲੋਕ ਨੇ ਜਾਂ ਤਾਂ ਸ਼ਹਿਰਾਂ ਵੱਲ ਮੂਵ ਹੋ ਰਹੇ ਨੇ ਜਾਂ ਫਿਰ ਜੇ ਪੰਜਾਬ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਯੂਥ ਜੇ ਦੀ ਗੱਲ ਕੀਤੀ ਜਾਵੇ ਵਿਦੇਸ਼ਾਂ ਵੱਲ ਜਾ ਰਹੇ ਨੇ। ਪਰ ਤੁਹਾਡਾ ਨਾਂ ਆਉਂਦਾ ਹੈ ਕਿ ਸਤਕਾਰ ਕੌਰ ਆਪਣੇ ਪਿੰਡ ਦੇ ਯੂਥ ਨੂੰ ਵਿਦੇਸ਼ ਨਹੀਂ ਜਾਣ ਦਿੰਦੇ, ਉਹਨਾਂ ਨੂੰ ਇੱਥੇ ਹੀ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਕਿਵੇਂ? ਬਿਲਕੁਲ ਮੈਮ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਮੈਮ। ਜਿਸ ਤਰ੍ਹਾਂ ਕਿ ਸਾਡੇ ਯੂਥ ਵਾਲੇ ਸਰਪੰਚ ਆ ਜਿਹੜੇ ਉਹ ਸਾਡੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ। ਸਾਡਾ ਪਿੰਡ ਕੋਟ ਕਰੋੜ ਹੈਗਾ, ਉਹਦੇ ਵਿੱਚ ਅਸੀਂ ਤਕਰੀਬਨ 35 ਲੱਖ ਦੀ ਅਮਾਊਂਟ ਨਾਲ ਅਸੀਂ ਉੱਥੇ ਜਿਹੜਾ ਪਾਰਕ ਹੈਗਾ ਉਹ ਬਣਾਇਆ ਗਿਆ। ਔਰ ਸਾਡਾ ਬੱਚੇ ਜਿਹੜੇ ਡੇਲੀ ਉੱਥੇ ਜਾ ਕੇ ਉੱਥੇ ਓਪਨ ਜਿੰਮਾਂ ਲਗਾਈਆਂ ਗਈਆਂ, ਬਹੁਤ ਸਾਰੇ ਪਿੰਡਾਂ ਦੇ ਵਿੱਚ ਓਪਨ ਜਿੰਮਾਂ ਲਗਾਈਆਂ ਗਈਆਂ। ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੇ ਨੌਜਵਾਨ ਬੱਚੇ ਹਮੇਸ਼ਾ ਹੀ ਮੇਰੇ ਤੋਂ ਜਿੰਮਾਂ ਦੀ ਮੰਗ ਕਰਦੇ ਆ। ਬਹੁਤ ਸਾਰੇ ਪਿੰਡਾਂ ਦੇ ਵਿੱਚ ਮੈਂ ਲਗਵਾ ਕੇ ਦਿੱਤੀਆਂ ਜਿੰਮਾਂ। ਔਰ ਸਾਡੇ ਨੌਜਵਾਨ ਬੱਚਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮਿਨਿਸਟਰ ਸਾਹਿਬ ਨੂੰ ਵੀ ਉਹਨਾਂ ਨੇ ਇਹੀ ਮੰਗ ਕੀਤੀ ਕਿ ਸਾਨੂੰ ਜਿੰਮਾਂ ਲਵਾ ਕੇ ਦਿੱਤੀਆਂ ਜਾਣ। ਜੇ ਸਾਡਾ ਬੱਚਾ ਅੱਜ ਨਸ਼ੇ ਤੋਂ ਦੂਰ ਹੈ, ਮੈਂ ਤੁਹਾਨੂੰ ਇਸ ਚੈਨਲ ਦੇ ਮਾਧਿਅਮ ਮੈਂ ਆਪਣੇ ਦਿਹਾਤੀ ਏਰੀਏ ਨੂੰ ਵੀ ਵਧਾਈ ਦੇਣਾ ਚਾਹਾਂਗੀ ਕਿ ਸਾਡੇ ਬੱਚਿਆਂ ਨੇ 1700 ਦੇ ਕਰੀਬ ਮੇਰੇ ਏਰੀਏ ਦੇ ਵਿੱਚ ਜਿਹੜਾ ਸਾਡੇ ਬੱਚੇ ਨੌਜਵਾਨ ਬੱਚਿਆਂ ਨੇ ਨਸ਼ਾ ਛੱਡਿਆ। ਅੱਛਾ, ਇਹ ਕਿਵੇਂ ਰਿਕਾਰਡ ਤੁਸੀਂ? ਮੈਂ ਇਸ ਚੀਜ਼ ਨੂੰ ਆਪਣੇ ਆਪ ਨੂੰ ਸਕਸੈਸਫੁਲ ਸਮਝਦੀ ਹਾਂ ਕਿ ਮੇਰੇ ਇਲਾਕੇ ਦੇ ਵਿੱਚ 1700 ਦੇ ਕਰੀਬ ਜਿਹੜਾ ਬੱਚਾ ਹੈਗਾ ਉਹਨਾਂ ਨੇ ਨਸ਼ਾ ਛੱਡਿਆ। ਬਹੁਤ ਵੱਡੀ ਗੱਲ ਹੈ। ਇਸ ਦਾ ਮਤਲਬ ਕਿ ਨਸ਼ਾ ਪੰਜਾਬ ਦੇ ਵਿੱਚ ਸੀਗਾ ਤੇ ਪੰਜਾਬ ਦੇ ਵਿੱਚ ਹੈਗਾ, ਹਾਲਾਂਕਿ ਤੁਸੀਂ ਕਹਿ ਰਹੇ ਹੋ ਜਿਵੇਂ ਛੱਡਿਆ ਹੈ। ਕਿਵੇਂ ਤੁਸੀਂ ਇਹ ਸਾਰਾ ਰਿਕਾਰਡ ਜਿਹੜਾ ਉਹ ਤਿਆਰ ਕੀਤਾ ਕਿ 1700 ਬੱਚਿਆਂ ਨੇ ਨਸ਼ਾ ਛੱਡਿਆ ਹੈ ਤੇ ਕਿੰਨੇ ਪਹਿਲਾਂ ਸੀਗੇ ਜਿਹੜੇ ਨਸ਼ਾ ਕਰ ਰਹੇ ਸੀ, ਹਲੇ ਵੀ ਕਿੰਨੇ ਜਾਣਿਆਂ ਨੂੰ ਇਸ ਬਿਮਾਰੀ ਚੋਂ ਕੱਢਣਾ? ਦੇਖੋ ਮੈਮ, ਰਿਕਾਰਡ ਤਾਂ ਆਪਾਂ ਨਹੀਂ ਕੱਢ ਸਕਦੇ ਕਿ ਕਿੰਨੇ ਬੱਚੇ ਨਸ਼ਾ ਕਰ ਰਹੇ ਹੈਗੇ ਨੇ, ਪਰ ਜੋ ਮੈਂ ਸਾਡੇ ਆਫੀਸਰ ਸਾਹਿਬਾਨ ਤੋਂ ਜੋ ਮਤਲਬ ਵੀ ਮੈਂ ਜਾਂ ਸਾਡੇ ਡਾਕਟਰ ਸਾਹਿਬਾਨ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਕਿੰਨੇ ਕਰ ਰਹੇ ਨੇ ਕਿੰਨੇ ਨੇ, ਉਹ ਤਾਂ ਪਤਾ ਨਹੀਂ ਕਿੰਨੇ ਲੱਖਾਂ ਦੇ ਹਿਸਾਬ ਨਾਲ ਕਰ ਰਹੇ ਹੈਗੇ ਨੇ। ਪਰ ਮੇਰੇ ਇਲਾਕੇ ਦੇ ਵਿੱਚ ਅੱਜ 1700 ਬੱਚੇ ਨੇ ਨਸ਼ਾ ਛੱਡਿਆ। ਉਸ ਚੀਜ਼ ਦਾ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਂ ਆਪਣੇ ਇਲਾਕੇ ਦੇ ਵਿੱਚ ਆਈ, ਓਪਨ ਜਿੰਮਾਂ ਲੈ ਕੇ ਆਈ, ਖੇਡ ਸਟੇਡੀਅਮ ਬਣਾਏ ਗਏ, ਉਹਨਾਂ ਤੋਂ ਪ੍ਰੇਰਿਤ ਹੋ ਕੇ ਸਾਡੇ ਨੌਜਵਾਨ ਬੱਚੇ ਅੱਜ ਖੇਡਾਂ ਵੱਲ ਪ੍ਰੇਰਿਤ ਹੋ ਰਹੇ ਨੇ। ਔਰ ਸਾਡੇ ਪਿੰਡਾਂ ਦੇ ਵਿੱਚ ਜਗ੍ਹਾ ਜਗ੍ਹਾ ਤੇ ਮੇਲੇ ਲੱਗਦੇ ਨੇ, ਕਬੱਡੀਆਂ ਖੇਡਦੇ ਨੇ ਔਰ ਸਾਡਾ ਯੂਥ ਹੈ ਜਿਹੜਾ ਖੇਡਾਂ ਵੱਲ ਬਹੁਤ ਜ਼ਿਆਦਾ ਪ੍ਰੇਰਿਤ ਹੋ ਰਿਹਾ। ਮਹਿਲਾ MLA ਹੋਣ ਦੇ ਨਾਤੇ ਕੋਈ ਮੁਸ਼ਕਲਾਂ ਆਉਂਦੀਆਂ ਨੇ ਜਾਂ ਤੁਹਾਨੂੰ ਲੱਗਦਾ ਹੈ ਕਿ ਇਸ ਚੀਜ਼ ਦੀ ਤੁਹਾਨੂੰ ਪ੍ਰਿਵਿਲੇਜ ਮਿਲਦੀ ਹੈ ਤੇ ਕਾਂਗਰਸ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਮਹਿਲਾਵਾਂ ਨੂੰ ਉਹਨਾਂ ਦਾ ਬਣਦਾ ਅਧਿਕਾਰ ਦਿੱਤਾ ਜਾਵੇ? ਬਿਲਕੁਲ ਮੈਮ, ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਮੈਨੂੰ ਇੱਕ ਨੋਰਮਲ ਲੇਡੀ ਨੂੰ ਘਰ ਦੇ ਵਿੱਚੋਂ ਚੁੱਕ ਕੇ ਉਹਨਾਂ ਨੇ ਮੈਨੂੰ ਟਿਕਟ ਦਿੱਤੀ। ਔਰ ਮੈਂ 2012 ਦੇ ਵਿੱਚ ਵੀ 107 ਵੋਟਾਂ ਤੇ ਸਿਰਫ ਰਹਿ ਗਈ ਸੀ, ਮੈਂ ਜਿੱਤ ਗਈ ਸੀਗੀ ਉਸ ਟਾਈਮ ਵੀ। ਔਰ ਹੁਣ ਵੀ ਮੈਂ 23,000 ਦੇ ਕਰੀਬ ਮੈਂ ਆਪਣੇ ਏਰੀਏ ਦੇ ਵਿੱਚੋਂ ਜਿੱਤੀ ਹਾਂ। ਔਰ ਸਾਡੀ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਦੋਂ ਸਾਡੀ ਸਰਪੰਚਸ ਦੇ ਇਲੈਕਸ਼ਨ ਹੋਏ ਸੀਗੇ ਉਸ ਸਮੇਂ ਸਾਡੀ 33% ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਟਿਕਟਾਂ ਦੇ ਕੇ ਸਰਪੰਚਸ ਬਣਾਇਆ ਅਸੀਂ। ਔਰ ਹੁਣ ਜਦੋਂ ਸਾਡੇ MC ਦੇ ਇਲੈਕਸ਼ਨ ਹੋਏ ਨੇ ਉਹਦੇ ਵਿੱਚ 50% ਲੇਡੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਟਿਕਟਾਂ ਦੇ ਕੇ ਅਸੀਂ ਉਹਨਾਂ ਨੂੰ MC ਬਣਾਇਆ ਗਿਆ। ਬਹੁਤ ਖੁਸ਼ ਨੇ ਸਾਡੇ ਪੰਜਾਬ ਦੀਆਂ ਮਹਿਲਾਵਾਂ। ਔਰ ਸਾਡੇ ਪੰਜਾਬ ਦੇ ਵਿੱਚ ਜਿਹੜਾ ਬੱਸਾਂ ਦਾ ਕਿਰਾਇਆ ਹੈਗਾ ਉਹ ਕੈਪਟਨ ਸਰਕਾਰ ਨੇ ਮਾਫ ਕੀਤਾ। ਜਦੋਂ ਪੰਚ ਸਰਪੰਚ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਮਰਦ ਉਹਦੇ ਵਿੱਚ ਨਜ਼ਰ ਆਉਂਦੇ ਨੇ, ਪਰ ਇਸ ਵਾਰ ਤੁਹਾਨੂੰ ਲੱਗਦਾ ਹੈ ਕਿ ਔਰਤਾਂ ਵੀ ਉੱਥੇ ਨਜ਼ਰ ਆਉਂਦੀਆਂ ਨੇ? ਬਿਲਕੁਲ ਮੈਮ, ਮੈਂ ਹਲੇ 10-15 ਦਿਨ ਪਹਿਲਾਂ ਹੀ ਸਾਡੀਆਂ ਸਰਪੰਚਸ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕਈ ਲੇਡੀਜ਼ ਘਰਾਂ ਦੇ ਵਿੱਚ ਹੀ ਬੈਠੀਆਂ ਰਹਿ ਜਾਂਦੀਆਂ ਨੇ। ਇਸ ਕਰਕੇ ਮੇਰੀ ਕੋਸ਼ਿਸ਼ ਸੀਗੀ ਸਾਰੀਆਂ ਲੇਡੀਜ਼ ਨੂੰ ਬਾਹਰ ਕੱਢ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ। ਉਸ ਤੋਂ ਬਾਅਦ 'ਚ ਉਹਨਾਂ ਨੇ ਆਪਣੇ ਆਪ ਹੀ
ਤੀਆਂ ਦਾ ਪ੍ਰੋਗਰਾਮ ਸ਼ਾਇਦ ਜੀ ਪੰਜਾਬ ਤੇ ਉਹ ਚੱਲਿਆ ਵੀ ਸੀਗਾ ਔਰ ਉਹਨਾਂ ਨੇ ਕਿਹਾ ਕਿ ਨਹੀਂ ਮੈਮ ਅਸੀਂ ਹੁਣ ਆਪਣੇ ਆਪ ਨੂੰ ਬਾਹਰ ਕੱਢਾਂਗੇ, ਪਾਰਟੀ ਲਈ ਕੰਮ ਕਰਾਂਗੇ, ਕਿਉਂਕਿ ਇੱਕ ਔਰਤ ਹੀ ਜੇ ਆਪਣੇ ਘਰ ਚੋਂ ਬਾਹਰ ਨਿਕਲ ਕੇ ਲੋਕਾਂ ਦੇ ਵਿੱਚ ਜਾਂਦੀ ਹੈ ਔਰ ਲੋਕਾਂ ਦੇ ਵਿੱਚ ਉਹ ਬਹੁਤ ਵਧੀਆ ਅੱਛਾ ਮੈਸੇਜ ਜਾਂਦਾ ਕਿ ਸਾਡੀਆਂ ਲੇਡੀਜ਼ ਆ ਜਿਹੜੀਆਂ ਅੱਜ ਅੱਗੇ ਆ ਕੇ ਸਾਡੇ ਸਮਾਜ ਲਈ ਕੁਝ ਕਰ ਰਹੀਆਂ ਨੇ। ਅੱਛਾ ਸਤਕਾਰ ਕੌਰ ਜੀ, ਤੁਸੀਂ ਕਹਿ ਰਹੇ ਹੋ ਕਿ ਔਰਤਾਂ ਨੂੰ ਉਹਨਾਂ ਦਾ ਬਣਦਾ ਹੱਕ ਜਿਹੜਾ ਹੈ ਉਹ ਕਾਂਗਰਸ ਸਰਕਾਰ ਨੇ ਦਿੱਤਾ ਹੈ, ਕਾਂਗਰਸ ਪਾਰਟੀ ਨੇ ਦਿੱਤਾ ਹੈ। ਜੇ ਗੱਲ ਕੀਤੀ ਜਾਵੇ ਦਲਿਤ ਭਾਈਚਾਰੇ ਦੀ, ਕਿਉਂਕਿ ਤੁਹਾਡੀ ਐਸਸੀ ਸੀਟ ਹੈ, ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ? ਬਿਲਕੁਲ ਮੈਮ, ਹਮੇਸ਼ਾ ਹੀ ਜਦੋਂ ਵੀ ਕਦੇ ਮੀਟਿੰਗ ਵਗੈਰਾ ਹੁੰਦੀਆਂ ਨੇ ਔਰ ਅਸੀਂ ਹਮੇਸ਼ਾ ਹੀ ਇਹੀ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਸੀਐਮ ਸਾਹਿਬ ਨਾਲ ਗੱਲ ਕਰਦੇ ਹਾਂ ਜਾਂ ਨਵਜੋਤ ਸਿੰਘ ਸਿੱਧੂ ਜੀ ਹੈ, ਜਿਸ ਤਰ੍ਹਾਂ ਕਿ ਸਾਡੇ 85 ਜਿਹੜਾ ਸੋਧ ਹੈਗੀ ਹੈ 85 ਜਿਹੜੀ 85ਵੀਂ ਸੋਧ ਹੈਗੀ ਹੈ ਉਹਦੇ ਵਿੱਚ ਸੋਧ ਕਰਨੀ ਚਾਹੀਦੀ ਹੈ। ਉਹਦੇ ਵਿੱਚ ਸਾਡੇ ਜਿਹੜੇ ਡੀਸੀਜ਼ ਨੇ, ਸਾਡੇ ਜਿਹੜੇ ਐਸਐਸਪੀ ਨੇ ਉਹ ਲੱਗਣੇ ਚਾਹੀਦੇ। ਹਮੇਸ਼ਾ ਹੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ, ਪਰ ਠੀਕ ਹੈ ਸਾਨੂੰ ਸਰਕਾਰ ਦੇ ਵਿੱਚ ਬਣਦਾ ਮਾਨ ਸਤਿਕਾਰ ਦਿੱਤਾ ਜਾਂਦਾ। ਕਿੱਥੇ ਕਮੀ ਤੁਹਾਨੂੰ ਲੱਗਦੀ ਹੈ? ਕਿਉਂਕਿ 2017 ਦੀ ਗੱਲ ਕੀਤੀ ਜਾਵੇ, ਦਾਅਵੇ ਕੀਤੇ ਗਏ, ਵੱਡੇ ਵੱਡੇ ਵਾਅਦੇ ਕੀਤੇ ਗਏ, ਦਲਿਤ ਭਾਈਚਾਰੇ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਏਗਾ। ਕਮੀਆਂ ਕਿੱਥੇ ਕਿੱਥੇ ਲੱਗਦੀਆਂ ਨੇ? ਕਿਉਂਕਿ ਜੇ ਗੱਲ ਕੀਤੀ ਜਾਵੇ 4.5 ਸਾਲ ਦਾ ਸਮਾਂ ਕਾਂਗਰਸ ਪੂਰਾ ਕਰ ਚੁੱਕੀ ਹੈ ਸੱਤਾ ਵਿੱਚ ਆ ਕੇ। ਨਹੀਂ ਮੈਮ, ਕਿਤੇ ਕੋਈ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਮਹਿਸੂਸ ਨਹੀਂ ਹੈਗੀ। ਸਾਰੇ ਜਿੰਨੇ ਵੀ ਸਾਡੇ ਸਮਾਜ ਦੇ ਸਾਡੇ MLAs ਨੇ ਜਾਂ ਮਿਨਿਸਟਰ ਨੇ, ਉਹਨਾਂ ਨੂੰ ਬਣਦਾ ਮਾਨ ਸਤਿਕਾਰ ਜਿਹੜਾ ਹੈਗਾ ਸਰਕਾਰ ਦੇ ਵਿੱਚ ਬਹੁਤ ਵਧੀਆ ਮਿਲ ਰਿਹਾ। ਉਹਨਾਂ ਨੂੰ ਹਮੇਸ਼ਾ ਹੀ, ਜਿਸ ਤਰ੍ਹਾਂ ਮੈਂ ਹੁਣ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਮੈਂ ਆਪਣੇ ਹਲਕੇ ਦੇ ਵਿੱਚ ਵਿਕਾਸ ਕਰਵਾ ਰਹੀ ਹਾਂ ਔਰ ਜੇ ਵਿਕਾਸ ਹੋ ਰਿਹਾ, ਜੇ ਸਾਨੂੰ ਬਣਦਾ ਮਾਨ ਸਤਿਕਾਰ ਮਿਲ ਰਿਹਾ ਹੈਗਾ ਤਾਂ ਹੀ ਵਿਕਾਸ ਹੋ ਰਿਹਾ ਪਿੰਡਾਂ ਦੇ ਵਿੱਚ। ਪੰਜਾਬ ਦੇ ਵਿੱਚ 2017 ਦੇ ਵਿੱਚ ਕਾਂਗਰਸ ਦੇ ਲੀਡਰਸ ਨੇ ਜਿਹੜੇ ਵਾਅਦੇ ਕੀਤੇ ਸੀਗੇ, ਤੁਹਾਨੂੰ ਲੱਗਦਾ ਹੈ ਕਿ ਉਹ ਪੂਰੇ ਕਰ ਸਕੇ ਹੋ ਤੁਸੀਂ? ਕਿਉਂਕਿ ਪੰਜਾਬ ਦੇ ਮੁੱਖ ਮੰਤਰੀ 4 ਸਾਲ ਪੂਰੇ ਹੋਣ ਤੇ ਕਹਿ ਰਹੇ ਸੀਗੇ ਕਿ ਅਸੀਂ 85% ਵਾਅਦੇ ਪੂਰੇ ਕਰ ਲਏ ਨੇ ਤੇ 15% ਰਹਿ ਗਏ, ਉਹ ਅਸੀਂ ਜਲਦ ਪੂਰੇ ਕਰ ਲਾਂਗੇ। ਤੁਸੀਂ ਕੀ ਮੰਨਦੇ ਹੋ? ਮੈਮ, ਹਮੇਸ਼ਾ ਹੀ ਇਹ ਹੁੰਦਾ ਕਿ ਜਿਹੜੇ ਵੀ ਅਸੀਂ ਵਾਅਦੇ ਕਰਦੇ ਹਾਂ ਉਹਦੇ ਵਿੱਚ ਕੁਝ ਕੁ ਗੱਲਾਂ ਰਹਿ ਜਾਂਦੀਆਂ ਹੁੰਦੀਆਂ ਨੇ। ਹਮੇਸ਼ਾ ਹੀ 100% ਤਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਪਰ ਸਰਕਾਰ ਵੱਲੋਂ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਕਿ ਜਿਹੜੇ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ ਪੂਰੀਆਂ ਕੀਤਾ ਗਿਆ ਹੈ ਔਰ ਜਿਹੜੇ ਵਾਅਦੇ ਕੋਈ ਰਹਿ ਗਏ ਨੇ ਉਹਨਾਂ ਨੂੰ ਅਸੀਂ ਜਲਦੀ ਪੂਰੀਆਂ ਕਰ ਲਾਂਗੇ। ਕਿਹੜੇ ਕਿਹੜੇ ਵਾਅਦੇ ਤੁਹਾਨੂੰ ਲੱਗਦਾ ਹੈ ਕਿ ਜਲਦ ਪੂਰੇ ਕਰ ਲਏ ਜਾਣਗੇ? ਕਿਉਂਕਿ ਜੇ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਮਹੀਨੇ ਰਹਿ ਗਏ ਨੇ ਇਲੈਕਸ਼ਨਸ ਨੂੰ, ਤੇ ਕਿਸ ਤੇ ਸਭ ਤੋਂ ਜ਼ਿਆਦਾ ਜਿਹੜੀ ਹੈ ਸਭ ਤੋਂ ਜ਼ਿਆਦਾ ਕਿਸ ਤੇ ਧਿਆਨ ਦਿੱਤਾ ਜਾਏਗਾ? ਕਿਹੜਾ ਵਾਅਦਾ ਸਭ ਤੋਂ ਪਹਿਲਾਂ ਪੂਰਾ ਕਰੋਗੇ? ਮੈਮ, ਜਿਸ ਤਰ੍ਹਾਂ ਕਿ ਸਾਡੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ, ਅਸੀਂ ਹਮੇਸ਼ਾ ਹੀ ਸੀਐਮ ਸਾਹਿਬ ਨਾਲ ਗੱਲ ਕਰਦੇ ਹਾਂ ਕਿ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਸਜ਼ਾ ਦਿਵਾਈ ਜਾਵੇ, ਉਹਨਾਂ ਨੂੰ ਫੜ ਕੇ ਅੰਦਰ ਸੁੱਟਿਆ ਜਾਣਾ ਚਾਹੀਦਾ ਹੈ। ਹਮੇਸ਼ਾ ਹੀ ਸੀਐਮ ਸਾਹਿਬ ਨਾਲ, ਚਾਹੇ ਉਹ ਮੈਂ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਮੈਂ ਤਾਂ ਸਿੱਧਾ ਬੋਲ ਦਿੰਦੀ ਹੁੰਦੀ ਹਾਂ ਮੈਮ, ਔਰ ਚਾਹੇ ਉਹ ਸਾਡੇ ਪੰਜਾਬ ਦੇ ਵਿੱਚ ਸਾਡੇ ਜਿਹੜਾ ਨਸ਼ਾ ਹੈਗਾ ਉਹ ਬਹੁਤ ਪੱਧਰ ਤੱਕ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ 1700 ਦੇ ਕਰੀਬ ਮੇਰੇ ਏਰੀਏ ਦੇ ਵਿੱਚ ਨਸ਼ਾ ਜਿਹੜਾ ਹੈਗਾ ਉਹ ਬੱਚਿਆਂ ਨੇ ਛੱਡਿਆ ਔਰ ਚਾਹਾਂਗੇ ਕਿ ਸਰਕਾਰ ਨੂੰ ਚਾਹੀਦਾ ਕਿ ਪਹਿਲਾਂ ਵੀ ਬਹੁਤ ਸਾਰਾ ਨਸ਼ਾ ਜਿਹੜਾ ਸਾਡੇ ਪੰਜਾਬ ਦੇ ਵਿੱਚੋਂ ਸਾਡੇ ਨੌਜਵਾਨ ਬੱਚੇ ਛੱਡ ਚੁੱਕੇ ਨੇ ਔਰ ਸੀਐਮ ਸਾਹਿਬ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਹੱਥ ਜੋੜ ਕੇ ਕਿ ਜਿਹੜਾ ਪੰਜਾਬ ਦੇ ਵਿੱਚੋਂ ਨਸ਼ਾ ਹੈਗਾ ਉਸ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਉਸ ਨੂੰ ਖਤਮ ਕੀਤਾ ਜਾਵੇ। ਸਤਕਾਰ ਕੌਰ ਜੀ, ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਇਸ ਤੇ ਠੱਲ ਪਾਈ ਜਾ ਚੁੱਕੀ ਹੈ ਨਸ਼ਿਆਂ ਤੇ? ਕਿਉਂਕਿ ਜੇ ਗੱਲ ਕੀਤੀ ਜਾਵੇ ਤੁਹਾਡੀ ਬਾਰਡਰ ਜਿਹੜੀ ਡਿਸਟ੍ਰਿਕਟ ਪੈਂਦੀ ਹੈ ਤੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਇੱਥੇ ਅਜਿਹੇ ਨੌਜਵਾਨ ਸੀਗੇ ਜਿਹੜੇ ਨਸ਼ੇ ਕਰ ਰਹੇ ਸੀਗੇ, ਹਾਲਾਂਕਿ ਛੱਡ ਵੀ ਰਹੇ ਨੇ, ਪਰ ਕੀ ਕਾਰਨ ਮੰਨਦੇ ਹੋ? ਤੇ ਨਾਲ ਹੀ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਇਸ ਤੇ ਠੱਲ ਪਾਈ ਜਾ ਸਕਦੀ ਹੈ, ਰੋਕ ਲਗਾਈ ਜਾ ਸਕਦੀ ਹੈ? ਇਸ ਦੇ ਪਿੱਛੇ ਜ਼ਿੰਮੇਦਾਰ ਕੌਣ ਹੈ? ਮੈਮ, ਦੇਖੋ ਜਦੋਂ 2007 ਤੋਂ ਲੈ ਕੇ ਅਕਾਲੀ ਦਲ ਦੀ ਸਰਕਾਰ ਆਈ ਸੀਗੀ, ਉਹੀ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਆਈ ਆ। ਵੱਡੇ ਵੱਡੇ ਜਿਹੜੇ ਮਗਰਮੱਛ ਹੈਗੇ ਅਸੀਂ ਸਾਰੇ ਸਭ ਜਾਣੀ ਜਾਣ ਹੈਗੇ ਆ, ਮੈਨੂੰ ਇਸ ਗੱਲ ਤੋਂ ਕਹਿਣ ਤੋਂ ਕੋਈ ਗੁਰੇਜ਼ ਨਹੀਂ ਹੈਗਾ ਔਰ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਫੈਲਾਇਆ ਔਰ ਸਾਡਾ ਨੌਜਵਾਨ ਅੱਜ ਉਸ ਨਸ਼ੇ ਦੇ ਵਿੱਚ ਗਲਤਾਨ ਹੋਇਆ ਪਿਆ ਔਰ ਇਸ ਚੀਜ਼ ਨੂੰ ਪਿਛਲੇ 10 ਸਾਲ ਤੋਂ ਉਹ ਜਿਹੜਾ ਕੋੜ ਹੈਗਾ ਉਸ ਨੂੰ ਕੱਢਣ ਦੇ ਵਿੱਚ ਸਮਾਂ ਜ਼ਰੂਰ ਲੱਗੂਗਾ ਔਰ ਸਾਡਾ ਪੰਜਾਬ ਜਿਹੜੇ ਸਾਡੇ ਸੀਐਮ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਜੀ ਨੇ ਹਮੇਸ਼ਾ ਹੀ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਖਤਮ ਕੀਤਾ ਜਾਵੇ ਔਰ ਜਿਸ ਤਰ੍ਹਾਂ ਕਿ ਅਸੀਂ ਬਾਰਡਰ ਦੇ ਉੱਪਰ ਬੈਠੇ ਹਾਂ ਔਰ ਸਾਨੂੰ ਜਿਸ ਤਰ੍ਹਾਂ ਕਿ ਬਹੁਤ ਜ਼ਿਆਦਾ ਇੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਅਸੀਂ ਬਿਲਕੁਲ ਜ਼ੀਰੋ ਲਾਈਨ ਤੇ ਬੈਠੇ ਹਾਂ। ਇੱਥੋਂ ਨਸ਼ਾ ਇੱਧਰ ਤੇ ਉੱਧਰ ਬਹੁਤ ਜ਼ਿਆਦਾ ਜਿਹੜਾ ਉਹ
ਆ ਜਾਂਦਾ, ਪੁੜੀਆਂ ਪੜੀਆਂ ਜਿਹੜੀਆਂ ਮੇਬੀ ਇੱਧਰ ਉੱਧਰ ਆਉਂਦੀਆਂ ਰਹਿੰਦੀਆਂ ਨੇ। ਔਰ ਉਹਦੇ ਵਿੱਚ ਜਿਸ ਤਰ੍ਹਾਂ ਅਸੀਂ ਬਾਰਡਰ ਤੇ ਬੈਠੇ ਹਾਂ, ਸਾਨੂੰ ਬਹੁਤ ਜ਼ਿਆਦਾ ਇੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਜਿਸ ਤਰ੍ਹਾਂ ਕਿ ਹੜ੍ਹ ਆ ਜਾਂਦੇ ਨੇ, ਜਿਸ ਤਰ੍ਹਾਂ ਸਾਡੇ ਪਿੰਡਾਂ ਦੇ ਪਿੰਡ ਰੁੜ ਜਾਂਦੇ ਨੇ, ਔਰ ਜਿਸ ਤਰ੍ਹਾਂ ਸਾਡਾ ਕਿਸਾਨ ਹੈਗਾ, ਸਾਡੇ ਕਿਸਾਨਾਂ ਨੂੰ ਜਦੋਂ ਤਾਰੋਂ ਪਾਰ ਦੂਸਰੀ ਸਾਈਡ ਖੇਤੀ ਕਰਨ ਵਾਸਤੇ ਜਾਣਾ ਪੈਂਦਾ, ਉਹਨੂੰ ਉਸ ਚੀਜ਼ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ, ਕਿਉਂਕਿ ਬਾਰਡਰ ਤੇ ਬੈਠੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਔਰ ਨਸ਼ਾ ਵੀ ਸ਼ਾਇਦ ਮੈਨੂੰ ਲੱਗਦਾ ਕਿ ਜਿਹੜੇ ਲੋਕ ਬਾਰਡਰ ਤੇ ਬੈਠੇ ਨੇ ਉਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ। ਤੁਹਾਨੂੰ ਲੱਗਦਾ ਹੈ ਕਿ ਬਾਰਡਰ ਏਰੀਆ ਦੇ ਕਿਸਾਨਾਂ ਨੂੰ ਵੀ ਬਹੁਤ ਕੁਝ ਸਹਿਣਾ ਪੈਂਦਾ? ਬਹੁਤ ਕੁਝ ਸਹਿਣਾ ਪੈਂਦਾ ਮੈਮ। ਕਈ ਵਾਰੀ ਜਦੋਂ ਹੜ੍ਹ ਵਗੈਰਾ ਆ ਜਾਂਦੇ ਨੇ ਤਾਂ ਸਾਡੇ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਦੇ ਘਰਾਂ ਦੇ ਘਰ ਰੁੜ ਜਾਂਦੇ ਨੇ। ਔਰ ਜਦੋਂ ਕਈ ਵਾਰੀ ਬਾਰਡਰ ਤੇ ਤਣਾਅ ਪੈਦਾ ਹੁੰਦਾ, ਮੈਂ ਤੁਹਾਨੂੰ ਦੱਸਣਾ ਚਾਹਾਂਗੀ ਇੱਕ ਸਮੇਂ ਦੀ ਗੱਲ ਹੈ ਕਿ 2016 ਦੇ ਵਿੱਚ ਇੱਥੇ ਤਣਾਅ ਪੈਦਾ ਹੋ ਗਿਆ ਸੀ ਕਿ ਲੜਾਈ ਲੱਗਣ ਦਾ ਖਦਸ਼ਾ ਹੋ ਗਿਆ ਸੀ। ਤਾਂ ਬਹੁਤ ਸਾਰੇ ਲੋਕ, ਉਦੋਂ ਮੈਂ ਜਿੱਤੀ ਵੀ ਨਹੀਂ ਸੀਗੀ ਉਸ ਟਾਈਮ, ਮੈਂ ਆਪਣੇ ਪਿੰਡਾਂ ਦੇ ਵਿੱਚੋਂ ਤੇਲ ਦੇ ਟਰੱਕ ਭਰਾ ਕੇ ਉਹਨਾਂ ਦੀਆਂ ਜਿੰਨੀਆਂ ਟੈਂਕੀਆਂ ਸੀਗੀਆਂ ਉਹ ਫੁੱਲ ਕਰਵਾ ਕੇ, ਕਿਉਂਕਿ ਨੌਜਵਾਨ ਬੱਚੀਆਂ ਜਿਹੜੀਆਂ ਉਹ ਕਿੱਥੇ ਜਾਂਦੀਆਂ, ਕਿਉਂਕਿ ਪਿੰਡ ਖਾਲੀ ਕਰਵਾ ਲਏ ਗਏ ਸੀਗੇ ਮਮਦੋਟ ਏਰੀਏ ਦੇ ਵਿੱਚ। ਬਹੁਤ ਸਾਰਾ ਅਸੀਂ ਆਪਣੇ ਪਿੰਡਾਂ ਦੇ ਵਿੱਚੋਂ ਜਿਹੜੀਆਂ ਸਾਡੀਆਂ ਬੱਚੀਆਂ ਸੀਗੀਆਂ, ਨੌਜਵਾਨ ਬੱਚੀਆਂ, ਅਸੀਂ ਸਕੂਲ ਖਾਲੀ ਕਰਵਾ ਕੇ ਅਸੀਂ ਉਹਨਾਂ ਨੂੰ ਇਹੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਰੱਖਿਆ ਜਾਵੇ। ਮੈਂ ਆਪਣੀ ਵੀ ਘਰ ਦੇ ਵਿੱਚ ਕਿਹਾ ਸੀ ਕਿ ਮੇਰੇ ਘਰ ਦੇ ਵਿੱਚ ਤੁਸੀਂ ਘੱਟੋ ਘੱਟ 60 ਦੇ ਕਰੀਬ ਉੱਥੇ ਪਿੰਡ ਹੈਗੇ ਨੇ ਮਮਦੋਟ ਏਰੀਏ ਦੇ ਵਿੱਚ, ਜਿਹੜੇ ਬਿਲਕੁਲ ਹੀ ਸਾਡੇ ਬਾਰਡਰ ਲਾਈਨ ਤੇ ਬੈਠੇ ਨੇ। ਔਰ ਉਹਨਾਂ ਨੂੰ ਉਸ ਟਾਈਮ ਉੱਥੋਂ ਵਿਚਾਰੇ ਨੂੰ ਉਠਾ ਦਿੱਤਾ ਗਿਆ ਸੀਗਾ। ਔਰ ਉਸ ਸਮੇਂ ਉਹ ਵਿਚਾਰੇ ਇੰਨੇ ਕੁ ਜ਼ਿਆਦਾ ਪਰੇਸ਼ਾਨੀ ਦੇ ਵਿੱਚ, ਔਰ ਮੈਂ ਉਹਨਾਂ ਦੀ ਬਹੁਤ ਜ਼ਿਆਦਾ ਹੈਲਪ ਕੀਤੀ ਸੀਗੀ ਉਸ ਸਮੇਂ। ਕਿਸਾਨਾਂ ਦੀ ਗੱਲ ਕੀਤੀ ਜਾਵੇ, ਉਹਨਾਂ ਲਈ ਤੁਸੀਂ ਕੀ ਕੁਝ ਉਪਰਾਲੇ ਕੀਤੇ ਨੇ? ਸਾਡੀ ਸਰਕਾਰ ਨੇ, ਜਦੋਂ ਸਾਡੇ CM ਸਾਹਿਬ, ਉਹਨਾਂ ਨੇ ਬਹੁਤ ਵਧੀਆ ਸਾਡੇ ਕਿਸਾਨਾਂ ਨੂੰ ਉਹਨਾਂ ਦੇ ਜਿਹੜੇ ਕਰਜ਼ੇ ਹੈਗੇ ਨੇ ਉਹਨਾਂ ਨੂੰ ਮਾਫ ਕੀਤਾ ਗਿਆ, ਔਰ ਉਹਨਾਂ ਨੂੰ ਸਬਸਿਡੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਨੂੰ ਜਿਹੜੀ ਹਰੀ ਕ੍ਰਾਂਤੀ ਦੇ ਤਹਿਤ ਜਿਹੜੇ ਟਰੈਕਟਰਸ ਨੇ ਸਾਡੇ ਬੱਚਿਆਂ ਨੂੰ ਬਹੁਤ ਘੱਟ ਜਿਹੜੇ ਰੇਟ ਤੇ ਉਹਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਨੇ। ਔਰ ਸਾਡੇ ਜਿਹੜੇ ਕਿਸਾਨ ਨੇ, ਪਹਿਲਾਂ ਵੀ ਸਾਡੇ ਕਿਸਾਨਾਂ ਦਾ ਕਰਜ਼ਾ ਜਿਹੜਾ ਹੈਗਾ ਸਾਡੀ ਸਰਕਾਰ ਨੇ ਮਾਫ ਕੀਤਾ, ਔਰ ਹੁਣ ਵੀ 2-3 ਦਿਨ ਪਹਿਲਾਂ ਹੀ ਸਾਡੇ ਕਿਸਾਨਾਂ ਦਾ ਜਿਹੜਾ ਕਰਜ਼ਾ ਹੈਗਾ ਉਹਨਾਂ ਦੇ ਖਾਤਿਆਂ ਦੇ ਵਿੱਚ ਉਸ ਨੂੰ ਮਾਫ ਕੀਤਾ ਗਿਆ। ਅੱਛਾ ਸਤਕਾਰ ਕੌਰ ਜੀ, ਜੇ ਇਸ ਏਰੀਆ ਦੀ ਗੱਲ ਕੀਤੀ ਜਾਵੇ, ਬਾਰਡਰ ਡਿਸਟ੍ਰਿਕਟ ਹੈ, ਇਹੀ ਕਾਰਨ ਹੈ ਕਿ ਇੰਡਸਟਰੀਜ਼ ਜਿਹੜੀ ਹੈ ਇੱਥੇ ਨਹੀਂ ਹੈ ਤੇ ਜ਼ਿਆਦਾਤਰ ਲੋਕ ਜਿਹੜੇ ਨੇ ਕਿਸਾਨੀ ਤੇ ਨਿਰਭਰ ਨੇ। ਤੁਸੀਂ ਕੋਈ ਪਲਾਨ ਕਰ ਰਹੇ ਹੋ ਕਿ ਇੱਥੇ ਇੰਡਸਟਰੀ ਜਿਹੜੀ ਹੈ ਲਿਆਈ ਜਾਵੇ? ਜੀ ਮੈਮ, ਤੁਹਾਡਾ ਬਹੁਤ ਵਧੀਆ ਸਵਾਲ ਹੈਗਾ। ਮੈਂ ਹਮੇਸ਼ਾ ਹੀ ਜਦੋਂ ਵੀ CM ਸਾਹਿਬ ਨਾਲ ਗੱਲ ਕਰਦੀ ਹਾਂ, ਹਮੇਸ਼ਾ ਹੀ ਉਹਨਾਂ ਨੂੰ ਇਸ ਗੱਲ ਦੀ ਜ਼ਰੂਰ ਮੈਂ ਉਹਨਾਂ ਅੱਗੇ ਸਿਫਾਰਿਸ਼ ਰੱਖਦੀ ਹੁੰਦੀ ਕਿ ਮੇਰੇ ਏਰੀਆ ਦੇ ਵਿੱਚ, ਫਿਰੋਜ਼ਪੁਰ ਦਿਹਾਤੀ, ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕੋਈ ਵੱਡੀ ਇੰਡਸਟਰੀ ਲਿਆ ਕੇ ਦਿੱਤੀ ਜਾਵੇ ਤਾਂ ਕਿ ਸਾਡੇ ਨੌਜਵਾਨ ਬੱਚਾ ਜਿਹੜਾ ਉਹਨਾਂ ਨੂੰ ਰੁਜ਼ਗਾਰ ਪੈਦਾ ਹੋ ਸਕੇ। ਕੀ ਜਵਾਬ ਮਿਲਦਾ ਹੈ ਅੱਗੋਂ? ਨਹੀਂ, ਕੋਈ ਗੱਲ ਨਹੀਂ, ਹੋ ਜਾਊਗਾ ਜੀ। ਕਦੋਂ ਤੋਂ ਇਹ ਜਵਾਬ ਮਿਲ ਰਿਹਾ ਤੁਹਾਨੂੰ? ਚਲੋ ਮੈਮ, ਜਦੋਂ ਵੀ ਹੋਊਗਾ। ਬਿਲਕੁਲ। ਜੇ ਗੱਲ ਕੀਤੀ ਜਾਵੇ ਇਸ ਵਾਰ ਦੀ ਚੋਣਾਂ ਦੇ ਵਿੱਚ ਕਿਸ ਨੂੰ ਤੁਸੀਂ ਚੁਣੌਤੀ ਮੰਨ ਰਹੇ ਹੋ? ਕਿਉਂਕਿ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ, ਉਹਨਾਂ ਵੱਲੋਂ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ, ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਕਿ ਅਸੀਂ 300 ਯੂਨਿਟ ਤੱਕ ਬਿਜਲੀ ਫ੍ਰੀ ਦੇਵਾਂਗੇ। ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ, ਉਹਨਾਂ ਨੇ 13 ਵਾਅਦੇ ਜਿਹੜੇ ਨੇ ਉਹ ਕਰ ਦਿੱਤੇ ਨੇ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ 400 ਯੂਨਿਟ ਤੱਕ ਫ੍ਰੀ ਬਿਜਲੀ ਦੇਵਾਂਗੇ, ਤੇ ਹੋਰ ਕਈ ਉਹਨਾਂ ਵੱਲੋਂ ਵਾਅਦੇ ਕੀਤੇ ਗਏ ਨੇ। BJP ਦੀ ਗੱਲ ਕੀਤੀ ਜਾਵੇ, ਹਾਲਾਂਕਿ ਕਿਸਾਨਾਂ ਦੇ ਕਾਰਨ ਭਾਵੇਂ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਨਜ਼ਰ ਨਹੀਂ ਆ ਰਹੀ, ਪਰ ਕਿਸ ਨੂੰ ਚੁਣੌਤੀ ਮੰਨਦੇ ਹੋ ਤੁਸੀਂ? ਦੇਖੋ, ਜਿਹੜੇ ਵਾਅਦੇ ਕਰਦੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈਗੀ ਆ, ਆਮ ਆਦਮੀ ਪਾਰਟੀ ਦਾ ਤਾਂ ਆਪਾਂ ਜੋ ਦਿੱਲੀ ਦੇ ਵਿੱਚ ਹਾਲ ਦੇਖ ਹੀ ਰਹੇ ਹੈਗੇ ਆ। ਕਿਉਂਕਿ ਉਹ ਜਦੋਂ ਕੇਜਰੀਵਾਲ ਇੱਥੇ ਆਇਆ ਸੀ, ਉਹ ਕਹਿੰਦਾ ਮੈਂ ਬਿਜਲੀ ਮਾਫ ਕਰਾਂਗਾ, ਜੇ ਉਹਦੇ ਤੋਂ ਇੱਕ ਯੂਨਿਟ ਵੀ ਵੱਧ ਹੋ ਗਈ ਤਾਂ ਮੈਂ ਉਹ ਸਾਰਿਆਂ ਦਾ ਬਿੱਲ ਲਵਾਂਗਾ। ਇਹ ਅਸੀਂ ਵੀ ਇਹ ਮੀਡੀਆ ਦੇ ਵਿੱਚ ਆਪਾਂ ਸਾਰੇ ਸੁਣਦੇ ਆ। ਉਹਨੇ ਸ਼ਰੇਆਮ ਇਹ ਗੱਲ ਕਹੀ ਆ। ਦੇਖੋ, ਜਿਹੜੀ ਸਾਡੀ ਸਰਕਾਰ ਹੈ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਾਡੇ ਬਿਜਲੀ ਦੇ ਬਿੱਲ, ਸਾਡੇ ਗਰੀਬ SC ਜਾਂ ਜਿਹੜੇ ਲੋੜਵੰਦ ਪਰਿਵਾਰ ਹੈਗੇ ਆ, ਉਹਨਾਂ ਦੇ ਸਾਰਿਆਂ ਦੇ ਅਸੀਂ ਜਿਹੜੇ ਬਿਜਲੀ ਦੇ ਬਿੱਲ ਹੈਗੇ ਆ ਉਹ ਅਸੀਂ ਮਾਫ ਕਰਵਾਵਾਂਗੇ। ਔਰ ਸਰਕਾਰ, ਜਿੱਥੋਂ ਤੱਕ ਮੇਰਾ ਮੰਨਣਾ ਹੈ, ਸਰਕਾਰ 2022 ਦੇ ਵਿੱਚ ਕਾਂਗਰਸ ਦੀ ਆਊਗੀ, ਔਰ ਜਿੰਨੇ ਵਾਅਦੇ ਹੈਗੇ ਆ ਉਹਨਾਂ ਨੂੰ ਅਸੀਂ ਜੋ ਪਹਿਲਾਂ ਵੀ ਪੂਰਾ ਕਰ ਚੁੱਕੇ ਹਾਂ, ਜਿਹੜੇ ਰਹਿੰਦੇ ਅਸੀਂ ਆਉਂਦੀ ਸਰਕਾਰ ਦੇ ਵਿੱਚ ਪੂਰੇ ਕਰਾਂਗੇ। ਤੁਹਾਨੂੰ ਲੱਗਦਾ ਹੈ ਕਿ ਕੋਵਿਡ ਦੇ ਕਾਰਨ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ? ਸਰਕਾਰ ਜਿਹੜੇ ਵਾਅਦੇ ਕਰ ਰਹੀ ਸੀ, ਮੈਨੀਫੈਸਟੋ 'ਚ ਜਿਹੜਾ ਕੁਝ ਐਲਾਨ ਕੀਤਾ ਗਿਆ ਸੀਗਾ, ਉਹ ਇਸ ਲਈ ਪੂਰੇ ਨਹੀਂ ਕਰ ਸਕੇ, ਤੇ ਕੋਵਿਡ ਦੇ ਦੌਰਾਨ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ?
ਮੈਮ ਬਹੁਤ ਜ਼ਿਆਦਾ ਜਿਸ ਤਰ੍ਹਾਂ ਕਿ ਜਦੋਂ ਕੋਵਿਡ ਆਇਆ ਲਾਸਟ ਦੇ ਵਿੱਚ, ਦਸੰਬਰ ਦੇ ਲਾਸਟ ਦੇ ਵਿੱਚ, ਉਸ ਸਮੇਂ ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਕਿ ਤੁਹਾਨੂੰ 15-15 ਕਰੋੜ ਦੀ ਜਿਹੜੀ ਗ੍ਰਾਂਟਸ ਹੈਗੀ ਉਹ ਪਿੰਡਾਂ ਦੇ ਵਿੱਚ ਹਰ ਹਲਕੇ ਨੂੰ, ਚਾਹੇ ਉਹ ਸ਼ਹਿਰੀ ਹੈ ਚਾਹੇ ਉਹ ਪਿੰਡ ਹੈਗੇ ਨੇ, ਉਹਨਾਂ ਨੂੰ ਦਿੱਤੀ ਜਾਊਗੀ। ਸਾਡੀ ਹਜੇ 1 ਹਫ਼ਤਾ ਪਹਿਲਾਂ ਹੀ ਮੀਟਿੰਗ ਹੋ ਕੇ ਹਟੀ ਸੀ ਕਿ ਕੋਵਿਡ ਆ ਗਿਆ, ਔਰ ਨਾਲ ਦੀ ਨਾਲ ਹੀ ਉਹ ਜਿਹੜੀਆਂ ਮੇਬੀ ਜਿੰਨੇ ਵੀ ਉਹ ਸਾਡੀ ਗ੍ਰਾਂਟਸ ਆਈ ਹੈ ਉਹ ਪਿੰਡਾਂ ਦੇ ਵਿੱਚ, ਮੇਰੇ ਖਿਆਲ 'ਚ ਮੈਂ 4-4 ਟਰੱਕ ਆਪਣੇ ਪਿੰਡਾਂ ਦੇ ਵਿੱਚ ਭਰ ਕੇ ਲੋਕਾਂ ਦੇ ਘਰਾਂ ਤੱਕ ਮੈਂ ਖੁਦ ਜਾ ਕੇ ਮੈਂ ਆਪਣੇ ਘਰ ਦੇ ਵਿੱਚ ਲੰਗਰ ਲਗਾਈ ਰੱਖਿਆ 1.5 ਮਹੀਨਾ। ਲੋਕਾਂ ਦੇ ਵਿੱਚ ਅਸੀਂ ਜਾ ਕੇ ਲੋਕਾਂ ਨੂੰ ਜਿਹੜੇ ਘਰਾਂ ਦੇ ਵਿੱਚ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀਗਾ, ਕਿਉਂਕਿ ਲੋਕ ਆਪਣੀ ਰੋਜੀ ਰੋਟੀ ਤੋਂ ਵਾਂਝੇ ਹੋ ਗਏ ਸੀਗੇ, ਉਹ ਘਰਾਂ ਦੇ ਵਿੱਚ ਬੈਠੇ ਸੀਗੇ, ਕਿਉਂਕਿ ਲੋਕ ਤਾਂ ਇਹ ਕਹਿੰਦੇ ਸੀਗੇ ਅਸੀਂ ਕੋਵਿਡ ਨਾਲ ਪਤਾ ਨਹੀਂ ਮਰਾਂਗੇ ਚਾਹੇ ਨਹੀਂ ਮਰਾਂਗੇ, ਅਸੀਂ ਭੁੱਖ ਨਾਲ ਹੀ ਮਰ ਜਾਣਾ। ਇਸ ਕਰਕੇ ਸਾਡੀ ਕੋਸ਼ਿਸ਼ ਇਹੀ ਸੀਗੀ ਕਿ ਚਲੋ ਏਰੀਏ ਦੇ ਵਿੱਚ ਵਿਕਾਸ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਅਸੀਂ ਢਿੱਲਾ ਕਰ ਦਿੰਦੇ ਹਾਂ ਤੇ ਅਸੀਂ ਆਪਣੀ ਪਬਲਿਕ ਨੂੰ, ਔਰ ਜਿੱਥੋਂ ਤੱਕ ਮੇਰਾ ਮੰਨਣਾ ਹੈ, ਮੈਂ ਆਪਣੇ ਇਲਾਕੇ ਦੇ ਵਿੱਚ, ਮੇਰੇ ਇਲਾਕੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ। ਮੈਂ ਆਪਣੇ ਇਲਾਕੇ ਦੇ ਵਿੱਚ ਹਮੇਸ਼ਾ ਹੀ ਇੱਥੇ ਰਹੀ ਹਾਂ, ਔਰ ਹਮੇਸ਼ਾ ਹੀ ਇਲਾਕੇ ਦੇ ਵਿੱਚ ਜਦੋਂ ਕੋਵਿਡ ਦਾ ਦੌਰ ਸੀਗਾ ਔਰ ਆਪਣੇ ਜਿਹੜੇ ਪਰਿਵਾਰ ਹੈਗੇ ਨੇ ਮੇਰੇ, ਉਹਨਾਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰਦੀ ਰਹੀ ਹਾਂ। ਬਿਲਕੁਲ। ਸਤਕਾਰ ਕੌਰ ਜੀ, ਜਦੋਂ ਤੁਸੀਂ ਪਿੰਡ ਦੀ ਗੱਲ ਕਰਦੇ ਹੋ, ਤੁਸੀਂ ਕਿਹਾ ਕਿ ਮੈਂ ਉੱਥੇ ਸਟੇਡੀਅਮ ਖੁਲਵਾਏ, ਜਿਮ ਖੁਲਵਾਏ, ਸਿੱਖਿਆ ਦਾ ਪੱਧਰ ਕਿੰਨਾ ਤੁਸੀਂ ਚੁੱਕ ਸਕੇ ਤੇ ਨਾਲ ਹੀ ਹੈਲਥ ਬਾਰੇ ਤੁਸੀਂ ਜ਼ਰੂਰ ਦੱਸਿਆ, ਪਰ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਕਮੀਆਂ ਸੀ ਉਹ ਪੂਰੀਆਂ ਹੋ ਸਕੀਆਂ ਨੇ? ਯੈਸ ਮੈਮ, ਜਿਹੜਾ ਕਿ ਸਾਡੇ ਬਹੁਤ ਸਾਰੇ ਸਕੂਲ ਸੀਗੇ, ਜਿਹੜਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮਮਦੋਟ ਸਕੂਲ ਦੀ ਗੱਲ ਕਰਾਂਗੀ। ਮਮਦੋਟ ਸਕੂਲ ਕਾਫੀ ਸਮੇਂ ਤੋਂ ਲੜਕੀਆਂ ਦਾ ਇੱਕ ਸਕੂਲ ਬਣਿਆ ਹੋਇਆ ਸੀਗਾ, ਉਹਦੀ 4 ਦੀਵਾਰੀ ਨਹੀਂ ਹੈਗੀ ਸੀਗੀ, ਉਸ ਦੇ ਵਿੱਚ ਬੱਚੀਆਂ ਦੀ ਐਡਮਿਸ਼ਨ ਬਹੁਤ ਘੱਟ ਸੀ ਕਿਉਂਕਿ ਪੇਰੈਂਟਸ ਭੇਜਦੇ ਨਹੀਂ ਸੀ ਉਹਨਾਂ ਨੂੰ। ਔਰ ਮੈਂ ਜਦੋਂ ਤੋਂ ਮੈਂ ਐਮਐਲਏ ਬਣੀ ਤਾਂ ਮੈਂ ਬੱਚਿਆਂ ਨੂੰ ਉੱਥੇ 4 ਦੀਵਾਰੀ ਕਰਵਾਈ, ਸਕੂਲ ਦੀ 4 ਦੀਵਾਰੀ ਕਰਵਾਈ, ਔਰ ਉਸ ਤੋਂ ਬਾਅਦ 'ਚ ਜਿਹੜੇ ਸਾਡੇ ਤਲਵੰਡੀ ਔਰ ਮੁਦਕੀ ਦੇ ਵਿੱਚ ਸਕੂਲ ਹੈਗੇ ਨੇ ਉਹਨਾਂ ਨੂੰ ਅਸੀਂ ਅਪਗ੍ਰੇਡ ਕਰਵਾਇਆ, ਔਰ ਉਹਨਾਂ ਦੇ ਵਿੱਚ ਜਿਹੜੇ ਕਮਰੇ ਹੈਗੇ ਨੇ ਉਹ ਇਸ ਤਰ੍ਹਾਂ ਦੇ ਕਮਰੇ ਬਣਾਏ। ਸਮਾਰਟ ਸਕੂਲ ਅਸੀਂ ਸਾਰੇ ਪਿੰਡਾਂ ਦੇ ਵਿੱਚ, ਤਕਰੀਬਨ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਮਾਰਟ ਸਕੂਲ ਜਿਹੜੇ ਹੈਗੇ ਅਸੀਂ ਉਹ ਬਣਵਾ ਚੁੱਕੇ ਹਾਂ। ਅੱਛਾ ਸਤਕਾਰ ਕੌਰ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਚੋਣਾਂ ਦੀ, ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਰਹੀ ਸੀ ਕਿ ਆਮ ਆਦਮੀ ਪਾਰਟੀ, ਅਕਾਲੀ ਦਲ ਸਾਰੇ ਤਿਆਰੀਆਂ ਕਰ ਰਹੇ ਨੇ, ਪਰ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ, ਅਜਿਹਾ ਲੱਗ ਰਿਹਾ ਹੈ ਕਿ ਗੱਡੀ ਦੇ 2 ਟਾਇਰ ਨੇ, ਇੱਕ ਅਲੱਗ ਪਾਸੇ ਜਾ ਰਿਹਾ, ਇੱਕ ਦੂਜੇ ਪਾਸੇ ਜਾ ਰਿਹਾ ਹੈ। ਤੇ ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ? ਬਿਲਕੁਲ ਮੈਮ, ਬਹੁਤ ਜ਼ਿਆਦਾ ਮਜ਼ਬੂਤੀ ਮਿਲੀ ਹੈ, ਔਰ ਜੋ ਵਰਕਰ ਥੋੜਾ ਜਿਹਾ ਨਿਰਾਸ਼ ਘਰਾਂ ਦੇ ਵਿੱਚ ਬੈਠੇ ਸੀਗੇ, ਕਈ ਵਾਰ ਹੋ ਜਾਂਦਾ, ਔਰ ਉਹ ਆਪਣੇ ਆਪ ਹੀ ਜਿਹੜਾ ਸਾਡਾ ਤਕਰੀਬਨ ਯੂਥ ਜਿਹੜਾ ਹੈਗਾ ਉਹਨਾਂ ਨੂੰ ਬਹੁਤ ਜ਼ਿਆਦਾ ਬਲ ਮਿਲਿਆ, ਔਰ ਸਾਡੇ ਜਿਹੜੇ ਵਰਕਰ ਹੈਗੇ ਨੇ ਔਰ ਹੋਰ ਪਾਰਟੀਆਂ ਤੋਂ ਵੀ ਲੋਕ ਜਿਹੜੇ ਟੁੱਟ ਕੇ ਸਾਡੇ ਨਾਲ ਰਲ ਚੁੱਕੇ ਨੇ ਜਦੋਂ ਦੇ ਨਵਜੋਤ ਸਿੰਘ ਸਿੱਧੂ ਜੀ ਪ੍ਰਧਾਨ ਬਣਾਏ ਗਏ ਨੇ। ਔਰ ਪਾਰਟੀਆਂ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ, ਹਰ ਪਾਰਟੀ ਦੇ ਵਿੱਚ ਛੋਟੇ-ਮੋਟੇ ਗਿਲੇ ਸ਼ਿਕਵੇ ਹੋ ਜਾਂਦੇ ਨੇ, ਇਹੋ ਜੀ ਕੋਈ ਗੱਲ ਨਹੀਂ ਹੈ। ਸਾਡੀ ਪਾਰਟੀ ਇਕਮੁੱਠ ਹੈ ਔਰ ਹਮੇਸ਼ਾ ਹੀ ਸਾਰਾ ਜਿਹੜਾ ਪਰਿਵਾਰ ਹੈਗਾ ਇੱਦਾਂ ਹੀ ਹਮੇਸ਼ਾ ਇੱਕ ਹੋ ਕੇ ਚੱਲੇਗਾ। ਸਤਕਾਰ ਕੌਰ ਜੀ, ਪੰਜਾਬ ਕਾਂਗਰਸ ਦਾ ਕੈਪਟਨ ਕੌਣ? ਕੈਪਟਨ ਅਮਰਿੰਦਰ ਸਿੰਘ। ਨਵਜੋਤ ਸਿੰਘ ਸਿੱਧੂ ਪ੍ਰਧਾਨ ਤੇ ਉਹ ਕੈਪਟਨ। 2022 ਦੇ ਵਿੱਚ ਕਿਹਦੀ ਅਗਵਾਈ ਦੇ ਵਿੱਚ ਚੋਣਾਂ ਹੋਣੀਆਂ ਚਾਹੀਦੀਆਂ? ਅਮਰਿੰਦਰ ਸਿੰਘ ਆ, ਉਹਨਾਂ ਚਿਰ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਕਹਾਂਗੇ। ਜੋ ਪਾਰਟੀ ਹਾਈ ਕਮਾਂਡ ਦਾ ਹੁਕਮ ਹੈ, ਪਾਰਟੀ ਹਾਈ ਕਮਾਂਡ ਦਾ ਹੁਕਮ ਹੈ, ਜਿੰਨਾ ਚਿਰ ਹੁਣ ਤਾਂ ਇਸ ਟਾਈਮ ਪ੍ਰੈਜ਼ੈਂਟ ਤਾਂ ਸੀਐਮ ਕੈਪਟਨ ਅਮਰਿੰਦਰ ਸਿੰਘ ਜੀ ਨੇ। ਅੱਛਾ, ਕੈਪਟਨ ਅਮਰਿੰਦਰ ਸਰਕਾਰ ਦੀ 4 ਸਾਲ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ? 4.5 ਸਾਲ ਜਿਹੜੇ ਨੇ ਪੂਰੇ ਕਰ ਲਏ ਨੇ, ਤੁਹਾਨੂੰ ਲੱਗਦਾ ਹੈ ਕਿ ਜਿੰਨੇ ਵੀ ਵਾਅਦੇ ਕੀਤੇ ਸੀਗੇ ਉਹ ਪੂਰੇ ਕਰ ਲਏ, ਤੇ ਜਿਹੜਾ ਦਾਵਾ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ ਉਹ ਸਹੀ ਦਾਵਾ ਕਰ ਰਹੇ ਨੇ? ਬਿਲਕੁਲ ਸਹੀ ਹੈ ਮੈਮ, ਸਾਰੇ ਜਿੰਨੇ ਵਾਅਦੇ ਸੀਗੇ, ਥੋੜੇ ਬਹੁਤੇ ਵਾਅਦੇ ਰਹਿ ਜਾਂਦੇ ਨੇ। ਮੈਂ ਤੁਹਾਨੂੰ ਪਹਿਲਾਂ ਵੀ ਇਹ ਕੁਐਸਚਨ ਤੁਸੀਂ ਪਹਿਲਾਂ ਕਰ ਚੁੱਕੇ ਹੋ ਕਿ ਜਿਹੜੇ ਵਾਅਦੇ ਸੀਗੇ ਉਹਨਾਂ ਨੂੰ ਪੂਰੀਆਂ ਕੀਤਾ ਗਿਆ, ਬਹੁਤ ਸਾਰੇ ਵਾਅਦੇ ਸਾਰਿਆਂ ਨੂੰ ਤਕਰੀਬਨ ਪੂਰੀਆਂ ਕਰ ਲਿਆ ਗਿਆ। ਪਿੰਡਾਂ ਦੇ ਵਿੱਚ ਬਹੁਤ ਵਧੀਆ ਵਿਕਾਸ ਹੈ, ਗੈਂਗਸਟਰ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ, ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਸੀਗੇ, ਉਹਨਾਂ ਨੂੰ ਨੱਥ ਪਾਈ ਗਈ। ਨਸ਼ੇ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਸੀਗੀ ਉਸ ਦੇ ਉੱਤੇ ਨੱਥ ਪਾਈ ਗਈ। ਹੋਰ ਸਾਡੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ, ਸਿੱਖਿਆ, ਸਾਰੇ ਪੰਜਾਬ ਦੇ ਵਿੱਚ ਬਹੁਤ ਵਧੀਆ ਕਾਂਗਰਸ ਸਰਕਾਰ ਨੇ ਜਿਹੜੀ, ਚਾਹੇ ਉਹ ਮਹਿਲਾਵਾਂ ਦੀ ਗੱਲ ਲੈ ਲਈਏ, ਚਾਹੇ ਉਹ ਸਾਡੇ ਨੌਜਵਾਨਾਂ ਦੀ ਗੱਲ ਲੈ ਲਈਏ,
ਹਰ ਇੱਕ ਪੱਖੋਂ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੇ ਆਪਣੇ ਤਰਫੋਂ ਬਹੁਤ ਵਧੀਆ ਕੰਮ ਕੀਤਾ। ਅੱਛਾ ਸਤਕਾਰ ਕੌਰ ਜੀ, ਤੁਸੀਂ ਗੈਂਗਸਟਰਸ ਦੀ ਗੱਲ ਕੀਤੀ ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਗੈਂਗ ਵਾਰ ਸੀਗਾ ਜਾਂ ਫਿਰ ਗੈਂਗਸਟਰ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਹੇ ਸੀਗੇ ਉਹ ਖਤਮ ਹੋ ਗਿਆ? ਕਿਉਂਕਿ ਜੇ ਅਸੀਂ ਰੀਸੈਂਟਲੀ ਗੱਲ ਕਰੀਏ ਵਿੱਕੀ ਮਿੱਡੂ ਖੜਾ ਸ਼੍ਰੋਮਣੀ ਅਕਾਲੀ ਦਲ ਯੂਥ ਲੀਡਰ ਨੇ ਰਹੇ ਨੇ ਤੇ ਉਹਨਾਂ ਦੀ ਜਿਸ ਤਰ੍ਹਾਂ ਮੌਤ ਹੋਈ ਹੈ, ਜਿਸ ਤਰ੍ਹਾਂ ਉਹਨਾਂ ਦੇ ਗੋਲੀਆਂ ਦਾਗੀਆਂ ਗਈਆਂ ਨੇ, ਉਹਨਾਂ ਦਾ ਮਰਡਰ ਕੀਤਾ ਗਿਆ, ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਉਹ ਬਿਲਕੁਲ ਠੀਕ ਹੈ? ਦੇਖੋ ਮੈਮ, ਜਿਹੜਾ ਇਹ ਸਰਕਾਰ ਤਾਂ ਕਦੇ ਵੀ ਨਹੀਂ ਕਹਿੰਦੀ ਕਿ ਕਿਸੇ ਨੂੰ ਮਾਰੋ। ਉਹਨਾਂ ਵਾਸਤੇ ਵੀ ਕਾਨੂੰਨ ਬਣੇ, ਚਾਹੇ ਉਹ ਰੇਪਸ ਕੇਸ ਹੋ ਗਏ ਨੇ, ਚਾਹੇ ਉਹ ਇਸ ਤਰ੍ਹਾਂ ਦੇ ਜਿਹੜੇ ਕੋਈ ਕਤਲ ਹੋ ਜਾਂਦੇ ਨੇ, ਜਾਂ ਸਰਕਾਰ ਨੇ ਤਾਂ ਕਾਨੂੰਨ ਬਣਾਉਣੇ ਆ। ਸਰਕਾਰ ਥੋੜੀ ਇਹ ਗੱਲ ਕਹਿੰਦੀ ਹੈ ਕਿ ਕਿਸੇ ਨੂੰ ਸਿੱਧਾ ਜਾ ਕੇ ਗੋਲੀਆਂ ਮਾਰ ਦਿਓ। ਇਹ ਬਹੁਤ ਘਟੀਆ ਗੱਲ ਹੈਗੀ ਹੈ। ਚਾਹੇ ਉਹ ਜਿਹੜਾ ਵਿੱਕੀ ਦੀ ਡੈਥ ਹੋਈ ਆ ਉਹਨੂੰ ਗੋਲੀਆਂ ਮਾਰੀਆਂ ਗਈਆਂ, ਇਹ ਬਹੁਤ ਮਾੜੀ ਘਟਨਾ ਹੈਗੀ ਹੈ। ਇਹੋ ਜਿਹੀਆਂ ਜਿਹੜੀਆਂ ਵਾਰਦਾਤਾਂ ਉਹ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਕਿਉਂਕਿ ਯੂਥ ਲੀਡਰ ਹੋ, ਇਸ ਲਈ ਮੈਂ ਤੁਹਾਡੇ ਤੋਂ ਪੁੱਛ ਰਹੀ ਹਾਂ ਕਿ ਇਸ ਦੇ ਲਈ ਤੁਸੀਂ ਜ਼ਿੰਮੇਦਾਰ ਕਿਸ ਨੂੰ ਮੰਨਦੇ ਹੋ ਜੇ ਦਿਨ ਦਿਹਾੜੇ ਕਿਸੇ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ? ਕਿਉਂਕਿ ਇਸ ਵਾਰ ਵਿੱਕੀ ਮਿੱਡੂ ਖੇੜਾ ਸੀ, ਇਸ ਤੋਂ ਪਹਿਲਾਂ ਗੁਰਲਾਲ ਬਰਾੜ ਸੀਗੇ, ਉਹ ਕਾਂਗਰਸ ਨਾਲ ਜੁੜੇ ਹੋਏ ਸੀਗੇ। ਮਾਵਾਂ ਦੇ ਤਾਂ ਪੁੱਤ ਖੋਏ ਜਾਂਦੇ ਨੇ, ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ। ਨਹੀਂ ਮੈਮ, ਇਹਦੇ ਵਿੱਚ ਆਪਾਂ ਦੋਸ਼ੀ ਕਿਹਨੂੰ ਮੰਨ ਸਕਦੇ ਹਾਂ? ਉਹ ਤਾਂ ਆਪਸ ਦੇ ਵਿੱਚ ਰੰਜਿਸ਼ ਦੇ ਤਹਿਤ ਕੋਈ ਗੱਲਾਂ ਹੋ ਜਾਂਦੀਆਂ ਨੇ। ਦੋਸ਼ੀ ਤਾਂ ਇਹਦੇ ਵਿੱਚ ਕੋਈ ਵੀ ਨਹੀਂ ਹੁੰਦਾਗਾ। ਸਰਕਾਰਾਂ ਤਾਂ ਇਹਦੇ ਵਿੱਚ ਦੋਸ਼ੀ ਨਹੀਂ ਹੈਗੀਆਂ ਮੈਮ। ਅੱਛਾ ਸਤਕਾਰ ਕੌਰ ਜੀ, ਤੁਹਾਡਾ ਮੰਨਣਾ ਹੈ ਕਿ ਸਰਕਾਰਾਂ ਇਹਦੇ ਵਿੱਚ ਦੋਸ਼ੀ ਨਹੀਂ, ਪਰ ਜੇ ਗੱਲ ਕੀਤੀ ਜਾਵੇ ਯੂਥ ਇਹ ਮੰਨਦੇ ਨੇ, ਲੋਕ ਇਹ ਮੰਨਦੇ ਨੇ ਕਿ ਇਹ ਜਿਹੜੇ ਗੈਂਗਸਟਰ ਬਣਾਉਂਦੇ ਆ ਨਾ ਸਰਕਾਰਾਂ ਹੀ ਬਣਾਉਂਦੀਆਂ। ਨਹੀਂ, ਇਹਦਾ ਤਾਂ ਮੇਰੇ ਕੋਲੇ ਕੋਈ ਜਵਾਬ ਨਹੀਂ ਹੈ। ਅੱਛਾ ਸਤਕਾਰ ਕੌਰ ਜੀ, ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗੀ ਕਿਉਂਕਿ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ, ਭਾਵੇਂ ਪੰਜਾਬ ਦੇ ਮੁੱਖ ਮੰਤਰੀ ਦਾਅਵੇ ਕਰ ਰਹੇ ਨੇ ਕਿ ਅਸੀਂ 90% ਤੋਂ ਜ਼ਿਆਦਾ ਵਾਅਦੇ ਜਿਹੜੇ ਨੇ ਉਹ ਪੂਰੇ ਕਰ ਲਏ ਨੇ। ਹਾਲਾਂਕਿ 5 ਪੁਆਇੰਟਸ ਦਾ ਇੱਕ ਲੈਟਰ ਜਿਹੜਾ ਹੈ ਉਹ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਹੈ। ਤੁਸੀਂ ਉਹ 5 ਪੁਆਇੰਟ ਦੇ ਲੈਟਰ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੁਹਾਨੂੰ ਵੀ ਲੱਗਦਾ ਹੈ ਕਿ ਜੇ ਉਹ 5 ਵਾਅਦੇ ਪੂਰੇ ਹੁੰਦੇ ਨੇ ਤਾਂ ਹੀ ਤੁਸੀਂ 100% ਵਾਅਦੇ ਪੂਰੇ ਹੋਣ ਦਾ ਦਾਅਵਾ ਕਰ ਸਕਦੇ ਹੋ ਤੇ ਪਿੰਡਾਂ ਦੇ ਵਿੱਚ ਜਾ ਸਕਦੇ ਹੋ, ਜਨਤਾ ਦੇ ਵਿੱਚ ਜਾ ਸਕਦੇ ਹੋ? ਮੈਮ, ਜਿਹੜੇ ਉਹ 5 ਵਾਅਦੇ ਜਿਹੜੇ ਤੁਸੀਂ ਕਹਿ ਰਹੇ ਹੋ, ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਹਿ ਚੁੱਕੀ ਹਾਂ ਕਿ ਅਸੀਂ ਤਾਂ ਹਮੇਸ਼ਾ ਹੀ, ਕੋਈ ਅੱਜ ਨਹੀਂ ਕਿ ਇਹ ਜਨਤਾ ਦੇ ਸਾਹਮਣੇ ਆ ਗਿਆ, ਅਸੀਂ ਹਮੇਸ਼ਾ ਹੀ ਸੀਐਮ ਸਾਹਿਬ ਨਾਲ ਇਹ ਗੱਲ ਡਿਸਕਸ, ਜਦੋਂ ਵੀ ਅਸੀਂ ਇਕੱਠੇ ਬੈਠਦੇ ਹਾਂ ਜਾਂ ਵਿਧਾਨ ਸਭਾ ਦਾ ਸੈਸ਼ਨ ਹੁੰਦਾ, ਅਸੀਂ ਹਮੇਸ਼ਾ ਹੀ ਇਹਨਾਂ ਮੁੱਦਿਆਂ ਤੇ ਹਮੇਸ਼ਾ ਹੀ ਗੱਲ ਕਰਦੀ ਹਾਂ। ਔਰ ਇਹ ਜਿਹੜੇ 5 ਵਾਅਦੇ ਹੈਗੇ ਆ ਉਹਨਾਂ ਨੂੰ ਸਾਡੀ ਸਰਕਾਰ ਜ਼ਰੂਰ ਪੂਰਾ ਕਰੂਗੀ। ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ ਜਿਹੜੀ ਰਿਫਟ ਚੱਲ ਰਹੀ ਹੈ ਉਹਦੇ ਕਾਰਨ ਨੁਕਸਾਨ ਜਿਹੜਾ ਹੈ ਉਹ ਪਾਰਟੀ ਨੂੰ ਹੋ ਰਿਹਾ ਹੈ? ਕਿਉਂਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨਜ਼ਰ ਆਉਂਦੇ ਨੇ, ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਤੇ ਨਾਲੇ ਸੁਖ ਸਰਕਾਰੀਆ ਜੀ ਹੋਣ ਜਾਂ ਫਿਰ ਸੁਖਜਿੰਦਰ ਰੰਧਾਵਾ ਜੀ ਹੋਣ, ਤ੍ਰਿਪਤ ਰਜਿੰਦਰ ਬਾਜਵਾ ਜੀ, ਉਹ ਨਜ਼ਰ ਆਉਂਦੇ ਨੇ। ਤੁਹਾਨੂੰ ਲੱਗਦਾ ਹੈ ਕਿ ਆਪਣੀ ਹੀ ਪਾਰਟੀ ਤੇ ਜਿਹੜੇ ਲੀਡਰ ਸਵਾਲ ਚੁੱਕ ਰਹੇ ਨੇ ਉਸ ਦਾ ਲਾਸ ਜਿਹੜਾ ਹੈ ਉਹ ਜ਼ਰੂਰ ਪਾਰਟੀ ਨੂੰ ਹੋਵੇਗਾ? ਨਹੀਂ ਮੈਮ, ਕੋਈ ਲਾਸ ਨਹੀਂ ਇਹਦੇ ਵਿੱਚ ਹੋਊਗਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਕਿ ਹਰ ਇੱਕ ਪਾਰਟੀ ਦੇ ਵਿੱਚ ਛੋਟੀਆਂ-ਮੋਟੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਹੋ ਜਾਂਦੀਆਂ ਨੇ, ਪਰ ਸਾਡੀ ਪਾਰਟੀ ਦੇ ਵਿੱਚ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਗੀ। ਜਦੋਂ ਸਾਡੀ ਇਲੈਕਸ਼ਨ ਜੋ ਹੋਊਗੀ ਅਸੀਂ ਸਾਰੇ ਇਕੱਠੇ ਹੋਵਾਂਗੇ, ਸੀਐਮ ਸਾਹਿਬ ਅੱਗੇ ਲੜ ਕੇ, ਨਵਜੋਤ ਸਿੰਘ ਸਿੱਧੂ ਜੀ ਮੋਢੇ ਦੇ ਨਾਲ ਮੋਢਾ ਲਾ ਕੇ ਅਸੀਂ ਸਾਰੇ ਕਾਂਗਰਸ ਪਾਰਟੀ ਇਕਜੁੱਟ ਹੈ। ਔਰ ਸ਼੍ਰੀ ਰਾਹੁਲ ਗਾਂਧੀ ਜੀ, ਸ਼੍ਰੀਮਤੀ ਸੋਨੀਆ ਗਾਂਧੀ ਜੀ, ਉਹਨਾਂ ਨੇ ਜੋ ਸਾਨੂੰ ਹੁਕਮ ਲਾਏ ਨੇ ਉਹਨਾਂ ਦੇ ਉੱਤੇ ਅਸੀਂ ਪਾਰਟੀ ਸਾਰੇ ਇਕਮੁੱਠ ਹੋ ਕੇ ਚੱਲਣਗੇ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਹੀ ਅਗਲੀਆਂ ਚੋਣਾਂ ਹੋਣੀਆਂ ਚਾਹੀਦੀਆਂ ਜਾਂ ਨਹੀਂ? ਜਦੋਂ ਤੁਹਾਡੇ ਤੋਂ ਰਾਏ ਮੰਗੀ ਜਾਏਗੀ ਤਾਂ ਤੁਸੀਂ ਕੀ ਆਪਣਾ ਜਵਾਬ ਦਿਓਗੇ? ਉਹ ਅਸੀਂ ਸਾਰੀ ਜਨਤਾ ਦੇ ਸਾਹਮਣੇ ਥੋੜੀ ਰਾਏ ਦੇਵਾਂਗੇ। ਕਿਉਂਕਿ ਪਹਿਲਾਂ ਵੀ ਤੁਹਾਨੂੰ ਸੱਦਿਆ ਗਿਆ ਤਾਂ ਉਦੋਂ ਵੀ ਸਭ ਨੇ ਆਪਣੀ ਆਪਣੀ ਰਾਏ ਜਿਹੜੀ ਹੈ ਜ਼ਰੂਰ ਦਿੱਤੀ। ਹਾਲਾਂਕਿ ਪੰਜਾਬ ਕਾਂਗਰਸ ਦੀ ਜਿਹੜੀ ਰਿਫਟ ਹੈ ਉਹ ਜ਼ਰੂਰ ਜਗ ਜ਼ਾਹਿਰ ਵੀ ਹੋਈ। ਪਰ ਜ਼ਰੂਰ ਸਤਕਾਰ ਕੌਰ ਜੀ, ਇੱਕ ਹੋਰ ਸਵਾਲ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿਉਂਕਿ ਉਹ ਤੁਹਾਡੇ ਫਿਰੋਜ਼ਪੁਰ ਦੇ ਲੋਕਾਂ ਨਾਲ ਜੁੜਿਆ ਹੋਇਆ ਹੈ ਕਿ ਜੇ ਕਾਂਗਰਸ 2022 ਚ ਵੀ ਸੱਤਾ 'ਚ ਆਉਂਦੀ ਹੈ, ਕਿਹੜੇ ਤੁਹਾਡੇ ਵਾਅਦੇ ਰਹਿ ਗਏ ਮੈਨੀਫੈਸਟੋ ਦੇ ਵਿੱਚ ਜਿਹੜੇ ਤੁਸੀਂ ਪੂਰੇ ਨਹੀਂ ਕਰ ਪਾਏ ਤੇ ਉਸ ਨੂੰ ਪੂਰਾ ਕਰ ਪਾਓਗੇ? ਮੈਮ, ਜਿਸ ਹਿਸਾਬ ਨਾਲ ਮੈਨੂੰ ਤਾਂ ਲੱਗਦਾ ਵੀ ਜੋ ਮੇਰੇ ਇਲਾਕੇ ਦੇ, ਮੈਂ ਤਾਂ ਆਪਣੇ ਇਲਾਕੇ ਦੀ ਗੱਲ ਕਰਾਂਗੀ ਕਿਉਂਕਿ ਮੈਂ ਆਪਣੇ ਇਲਾਕੇ ਦੇ ਵਿੱਚ ਜਿਹੜਾ 95% ਕੰਮ ਜਿਹੜੇ ਹੈਗੇ ਉਹ ਮੈਂ ਕਰਵਾ ਚੁੱਕੀ ਹਾਂ। 95% ਕੰਮ ਮੇਰੇ ਏਰੀਆ ਦੇ ਵਿੱਚ ਹੋ ਚੁੱਕੇ ਨੇ, ਕੋਈ ਵੀ ਕੰਮ ਰਹਿ ਨਹੀਂ ਗਿਆ ਗਾ। ਔਰ ਜੇ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਸ਼ਾਇਦ ਉਹਨਾਂ ਦੇ ਵਿੱਚ ਵੀ ਆਪਣੇ ਆਪਣੇ ਐਮਐਲਏ ਨੇ ਕਰਵਾਈ ਹੋਣਗੇ।
ਲੇਕਿਨ ਤੁਹਾਨੂੰ ਲੱਗਦਾ ਹੈ ਕਿ ਜੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਉਹਨਾਂ ਵੱਲੋਂ ਇੱਕ ਪਰਸੈਪਸ਼ਨ ਜਿਹੜੀ ਹੈ ਉਹ ਬਣ ਗਈ ਹੈ ਕਿ ਕਾਂਗਰਸ ਦੇ ਵਿੱਚ ਆਪਸ ਦੇ ਵਿੱਚ ਵਿਵਾਦ ਚੱਲ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਉਹ ਕੋਈ ਚਾਂਸ ਹੁਣ ਦੁਬਾਰਾ ਨਹੀਂ ਦੇਣਾ ਚਾਹੁੰਦੇ ਕਿਉਂਕਿ 10 ਸਾਲ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਰਹੀ ਹੈ, ਤੇ ਲੱਗਦਾ ਹੈ ਕਿ ਕਾਂਗਰਸ ਲੋਕਾਂ ਦੀ ਪਰਸੈਪਸ਼ਨ ਜਿਹੜੀ ਉਹ ਚੇਂਜ ਕਰ ਪਾਏਗੀ। ਮੈਮ ਦੇਖੋ, ਜਿਹੜਾ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਉਹ ਹਮੇਸ਼ਾ ਹੀ ਕੋਈ ਛੋਟਾ ਜਿਹਾ ਇਸ਼ੂ ਚੁੱਕ ਲੈਂਦੇ ਨੇ। ਉਹ ਕੋਈ ਇਹ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈਗਾ ਗਾ। ਜਿਹੜਾ ਤੁਸੀਂ ਮੈਨੂੰ ਪੁੱਛਿਆ ਸਵਾਲ ਹੈ, ਕੋਈ ਬਹੁਤ ਵੱਡਾ ਨਹੀਂ ਹੈਗਾ ਗਾ। 2022 ਦੇ ਵਿੱਚ ਮੈਂ ਦਾਅਵੇ ਨਾਲ ਕਹਿੰਦੀ ਹਾਂ ਕਿ ਕਾਂਗਰਸ ਦੀ ਹੀ ਸਰਕਾਰ ਆਊਗੀ ਔਰ ਇੱਥੋਂ ਅਸੀਂ ਵੀ ਐਮਐਲਏ ਬਣਾਂਗੇ ਔਰ ਕਾਂਗਰਸ ਦੀ ਸਰਕਾਰ ਜਿਹੜੀ ਹੈਗੀ ਹੈ 2022 ਦੇ ਵਿੱਚ ਆਊਗੀ। ਦਲਿਤ ਸੀਟ ਹੈ ਤੁਹਾਡੀ ਤੇ ਇਸ ਲਈ ਜ਼ਰੂਰ ਹੈ ਕਿ ਦਲਿਤ ਭਾਈਚਾਰੇ ਨਾਲ ਜੁੜਿਆ ਹੋਇਆ ਸਵਾਲ ਜ਼ਰੂਰ ਪੁੱਛਿਆ ਜਾਵੇ। ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਦਾ ਜਿਹੜਾ ਹੈ ਅਲਾਇੰਸ ਹੋਇਆ, ਇਸ ਅਲਾਇੰਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੁਹਾਨੂੰ ਲੱਗਦਾ ਹੈ ਕਿ ਇਸ ਨਾਲ ਤੁਹਾਨੂੰ ਲਾਸ ਹੋਵੇਗਾ? ਨਹੀਂ ਮੈਮ, ਕੋਈ ਲਾਸ ਨਹੀਂ ਹੋਣ ਵਾਲਾ ਗਾ। ਉਹਨਾਂ ਨੂੰ ਲੋਕ ਜਿਹੜੇ ਅਕਾਲੀ ਦਲ ਵਾਲੇ ਹੈਗੇ ਨੇ ਉਹਨਾਂ ਨੂੰ ਲੋਕਾਂ ਨੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ। ਕਾਰਨ ਜਿਹੜਾ ਨਸ਼ਾ ਉਹਨਾਂ ਨੇ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਨਸ਼ਾ, ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਉਹਨਾਂ ਨੇ, ਉਹ ਆਪਾਂ ਸਭ ਜਾਣ ਹੈਗੇ ਆ। ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ, ਨਸ਼ਾ ਉਹਨਾਂ ਨੇ ਪੰਜਾਬ ਦੇ ਵਿੱਚ ਸਾਨੂੰ ਸਾਰਾ, ਤੁਸੀਂ ਸਾਰੇ ਜਾਣ ਹੋ ਇਸ ਗੱਲ ਤੋਂ। ਸਤਕਾਰ ਕੌਰ ਜੀ, ਇਹੀ ਸਵਾਲ ਜਿਹੜੇ ਲੋਕ ਪੁੱਛਦੇ ਨੇ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਬੇਅਦਬੀ ਦੇ ਵਿੱਚ ਆਰੋਪੀ ਸ਼੍ਰੋਮਣੀ ਅਕਾਲੀ ਦਲ ਹੈ, ਤੁਸੀਂ ਕਹਿੰਦੇ ਹੋ ਨਸ਼ਾ ਉਹਨਾਂ ਨੇ ਵਿਕਵਾਇਆ ਹੈ, ਪਰ 4.5 ਸਾਲ ਦੇ ਵਿੱਚ ਕਿਉਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਤੇ ਕਾਰਵਾਈ ਨਹੀਂ ਹੋਈ? ਮੈਮ, ਜਦੋਂ ਦੇਖੋ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਸਾਡੇ ਜਿਹੜੇ ਅਸੀਂ SIT ਬਣਾਈ ਸੀਗੀ ਉਹ ਹਾਈ ਕੋਰਟ ਨੇ ਰੱਦ ਕਰਤੀ। CM ਸਾਹਿਬ ਨੇ ਤਾਂ ਸਾਰੇ ਜਿਹੜੇ ਉਹ ਸੀਗਾ ਅਸੀਂ ਕਰਵਾਤਾ ਸੀਗਾ, ਪਰ ਜੋ ਹਾਈ ਕੋਰਟ ਨੇ ਜਿਹੜੀ ਸੈੱਟ ਬਣਾਈ ਸੀਗੀ ਉਹ ਉਹਨਾਂ ਉਸ ਨੂੰ ਖਾਰਜ ਕੀਤਾ ਗਿਆ ਔਰ ਬਹੁਤ ਜਲਦੀ ਜਿਹੜਾ 1.5 ਮਹੀਨੇ ਦੇ ਵਿੱਚ ਦੋਸ਼ੀਆਂ ਨੂੰ ਫੜ ਕੇ ਅੰਦਰ ਸੁੱਟਿਆ ਜਾਊਗਾ। ਸਤਕਾਰ ਕੌਰ ਜੀ, ਪਰ ਨਸ਼ਿਆਂ ਦੀ ਗੱਲ ਕੀਤੀ ਜਾਵੇ, STF ਨੇ ਜਿਹੜੀ ਰਿਪੋਰਟ 3 ਸਾਲ ਪਹਿਲਾਂ ਦਿੱਤੀ ਸੀ, ਹਾਈ ਕੋਰਟ ਨੇ ਕਿਤੇ ਵੀ ਉਸ ਤੇ ਰੋਕ ਨਹੀਂ ਲਗਾਈ ਕਿ ਤੁਸੀਂ ਅੱਗੇ ਕਾਰਵਾਈ ਨਹੀਂ ਕਰ ਸਕਦੇ। ਕੀ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਵੇਟ ਕਰ ਰਹੀ ਸੀ ਕਦੋਂ ਚੋਣਾਂ ਆਉਣਗੀਆਂ ਤੇ ਕਦੋਂ ਅਸੀਂ ਜਿਹੜੀ ਇਹ ਕਾਰਵਾਈ ਕਰਾਂਗੇ ਤਾਂ ਕਿ ਪਬਲਿਕ ਦੇ ਵਿੱਚ ਜਾ ਕੇ ਦੱਸ ਸਕੇ? ਦੇਖੋ ਮੈਮ, 10 ਸਾਲ ਤੋਂ ਵੀ ਪਹਿਲਾਂ ਦਾ ਵਕਫਾ, 15-20 ਸਾਲ ਦਾ ਵਕਫਾ ਲਾ ਲਓ ਤੁਸੀਂ। ਪੰਜਾਬ ਦੇ ਵਿੱਚ ਇੰਨਾ ਨਸ਼ਾ ਇੱਕਦਮ ਕੱਢਣਾ ਬਹੁਤ ਔਖਾ ਹੈ। ਇਹਨਾਂ ਦਾ ਪਾਇਆ ਹੋਇਆ ਜਿਹੜਾ ਗੰਦ ਹੈਗਾ ਉਸ ਨੂੰ ਕੱਢਣ ਤੇ ਬਹੁਤ ਸਮਾਂ ਲੱਗ ਜੂਗਾ। ਪੰਜਾਬ ਦੇ ਵਿੱਚ ਜਿਹੜਾ ਚਿੱਟੇ ਵਰਗਾ ਨਸ਼ਾ ਜਿਹੜਾ ਕਦੇ ਸੁਣਿਆ ਵੀ ਨਹੀਂ ਸੀਗਾ, ਜੋ ਅਕਾਲੀ ਦਲ ਵਾਲਿਆਂ ਨੇ ਪੰਜਾਬ ਦੇ ਵਿੱਚ ਇਹ ਨਸ਼ਾ ਲੈ ਕੇ ਆਏ ਆ, ਉਸ ਨੂੰ ਕੱਢਣ ਦੇ ਵਿੱਚ ਬਹੁਤ ਸਮਾਂ ਲੱਗੂਗਾ। ਅਸੀਂ ਇਹ ਨਹੀਂ ਕਹਿੰਦੇ ਅਸੀਂ ਬਹੁਤ ਜ਼ਿਆਦਾ ਨਸ਼ੇ ਦੇ ਉੱਤੇ ਠੱਲ ਪਾ ਲਈ ਹੈ, ਪਰ ਹਲੇ ਵੀ ਸਮਾਂ ਲੱਗੂਗਾ, ਬਹੁਤ ਸਮਾਂ ਲੱਗ ਜਾਣਾ ਹਜੇ। ਬਿਜਲੀ ਸਸਤੀ ਤੁਸੀਂ ਵੀ ਦੋਗੇ? ਜੀ ਮੈਮ, ਅਸੀਂ ਤਾਂ ਬਿਲਕੁਲ ਜਿਹੜੇ ਹੁਣ ਬਿੱਲ ਆਏ ਹੋਏ ਨੇ ਉਹਨਾਂ ਨੂੰ ਅਸੀਂ ਰੌਲਾ ਪਾ ਕੇ ਵਿਧਾਨ ਸਭਾ ਦੇ ਵਿੱਚ ਉਸੇ ਜਿਹੜੇ ਬਿੱਲ ਸਾਡੇ SC ਆ ਜਾਂ ਜਿਹੜੇ ਸਾਡੇ ਗਰੀਬ ਕਿਸਾਨ ਆ ਉਹਨਾਂ ਦੇ ਅਸੀਂ ਬਿੱਲ ਜਿਹੜੇ ਹੈਗੇ ਉਹਨਾਂ ਦੇ ਬਿਲਕੁਲ ਮਾਫ ਕਰਵਾਵਾਂਗੇ। ਸਤਕਾਰ ਕੌਰ ਜੀ, ਇੱਕ ਆਖਰੀ ਸਵਾਲ, ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਸਾਰੀ ਪਾਰਟੀਆਂ ਦਾ ਧਿਆਨ ਕਿਸ ਤੇ ਹੈ? ਕਿਸਾਨਾਂ ਤੇ ਹੈ, ਦਲਿਤਾਂ ਤੇ ਹੈ, ਹਿੰਦੂ ਵੋਟ ਤੇ ਹੈ ਜਾਂ ਯੂਥ ਵੋਟ ਤੇ ਹੈ? ਕਿਉਂਕਿ ਜੇ ਗੱਲ ਕੀਤੀ ਜਾਵੇ 55% ਜਿਹੜੇ ਨੇ ਉਹ ਨਵੇਂ ਵੋਟਰਸ ਇਸ ਵਾਰ ਆ ਰਹੇ ਨੇ, ਤਾਂ ਕਿਸ ਤੇ ਸਭ ਤੋਂ ਜ਼ਿਆਦਾ ਫੋਕਸ ਕਰ ਰਹੀਆਂ ਨੇ ਪਾਰਟੀਆਂ? ਮੈਮ, ਫੋਕਸ ਤਾਂ ਸਾਰੇ ਲੋਕਾਂ ਤੇ ਕਰਨਾ ਪੈਣਾ। ਹਰ ਇੱਕ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਹੈ ਕਿ ਚਾਹੇ ਸਾਡੇ ਕਿਸਾਨ ਹੈਗੇ ਨੇ, ਚਾਹੇ ਸਾਡਾ ਯੂਥ ਹੈਗਾ ਹੈ, ਚਾਹੇ ਸਾਡੇ ਹਿੰਦੂ ਵੋਟ ਹੈਗੇ ਨੇ, ਹਰ ਇੱਕ ਨੂੰ ਉਹਨਾਂ ਦਾ ਬਣਦਾ ਹੱਕ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਬਿਲਕੁਲ, ਇਹ ਸੀ ਸਾਡੇ ਨਾਲ ਸਤਕਾਰ ਕੌਰ ਜੀ। ਬਹੁਤ ਬਹੁਤ ਧੰਨਵਾਦ ਸਤਕਾਰ ਕੌਰ ਜੀ।